ਅੱਜ ਤੋਂ 28 ਸਾਲ ਪਹਿਲਾਂ ਮੈਂ ਹਰਿਆਣਾ ਸਟੇਟ ਦੇ ਵਿੱਚ ਰਿਹਾ ਕਰਦਾ ਸੀ। ਸੋ ਮੈਨੂੰ ਪਰਮੇਸ਼ਰ ਨੇ ਹਿੰਦੂਆਂ ਵਿੱਚੋਂ ਗੁਪਤਾ ਬਰਾਦਰੀ ਵਿੱਚੋਂ ਆਪਣੇ ਕੰਮ ਦੇ ਲਈ ਚੁਣਿਆ। ਸੋ ਉਸ ਸਮੇਂ ਜਦ ਮੈਂ ਹਰਿਆਣਾ ਵਿੱਚ ਰਿਹਾ ਕਰਦਾ ਸੀ ਤੇ ਹਰਿਆਣਾ ਸਟੇਟ ਦੇ ਵਿੱਚ ਮੈਂ ਇੱਕ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਸੀ। ਦੁਨਿਆਵੀ ਤੌਰ ਤੇ ਮੈਂ ਦੱਸਾਂ ਤੇ 25 ਦੇ ਕਰੀਬ ਕਲਾਸਾਂ ਜਿਹੜੇ ਕਿ ਮੈਂ ਬੀਕਾਮ ਬੀਐਡ ਐਮਏ ਇੰਗਲਿਸ਼ ਸਾਰਾ ਕੁਝ ਮੈਂ ਕੀਤਾ ਹੋਇਆ। ਸੋ ਮੈਂ ਬਹੁਤ ਸਾਰੀ ਭਗਤੀ ਕਰਿਆ ਕਰਦਾ ਸੀ, ਪਰ ਮੇਰੇ ਜੀਵਨ ਵਿੱਚ ਫਿਰ ਵੀ ਸ਼ਾਂਤੀ ਨਹੀਂ ਸੀ। ਮੈਂ ਸ਼ਾਂਤੀ ਦੀ ਖੋਜ ਕਰਿਆ ਕਰਦਾ ਸੀ, ਪਰ ਸ਼ਾਂਤੀ ਮੈਨੂੰ ਕਿਤੇ ਵੀ ਨਹੀਂ ਮਿਲਦੀ ਸੀ। ਸ਼ਾਂਤੀ ਨਾਮ ਦੀਆਂ ਭੈਣਾਂ ਤਾਂ ਬਹੁਤ ਮਿਲ ਜਾਂਦੀਆਂ ਸੀ, ਪਰ ਮਨ ਦੀ ਸ਼ਾਂਤੀ ਨਹੀਂ ਮਿਲਦੀ ਸੀ। ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਛੋਟੀ ਜਿਹੀ ਪ੍ਰਾਰਥਨਾ ਕਰਕੇ ਸੌਂਦਾ ਕਿ ਕੋਈ ਏਦਾਂ ਦਾ ਪਰਮੇਸ਼ਰ ਜਿਹੜਾ ਮੈਨੂੰ ਸ਼ਾਂਤੀ ਦੇ ਸਕਦਾ ਹੈ, ਉਹ ਮੈਨੂੰ ਦਰਸ਼ਨ ਦੇਵੇ। ਕਿਉਂਕਿ ਮੇਰਾ ਦਿਲ ਬੜਾ ਸਾਫ਼ ਹੋਇਆ ਕਰਦਾ ਸੀ। ਤੇ ਕੁਝ ਦਿਨਾਂ ਦੇ ਬਾਅਦ ਕੀ ਹੋਇਆ, ਜਦੋਂ ਮੈਂ ਆਪਣੇ ਸਕੂਲ ਵਿੱਚ ਪ੍ਰਿੰਸੀਪਲ ਦੀ ਸੀਟ ਤੇ ਬੈਠਾ ਹੋਇਆ ਸੀ, ਇੱਕ ਪ੍ਰਭੂ ਦੇ ਸੇਵਕ ਜਿਹੜੇ ਕਿ ਹਰਿਆਣਾ ਸਟੇਟ ਵਿੱਚ ਹੀ ਰਿਹਾ ਕਰਦਾ ਸੀ ਤੇ ਮੇਰੇ ਸਕੂਲ ਦੇ ਲਾਗੇ ਉਹ ਸੇਵਾ ਕਰਿਆ ਕਰਦੇ ਸੀ। ਪਾਸਟਰ ਪੀਸੀ ਦੇਸ ਜੀ ਮੇਰੇ ਸਕੂਲ ਵਿੱਚ ਆਏ, ਮੈਨੂੰ ਆ ਕੇ ਬੋਲੇ ਕਿ ਪ੍ਰਿੰਸੀਪਲ ਸਾਹਿਬ ਤੁਹਾਨੂੰ ਕੀ ਚਾਹੀਦਾ ਹੈ। ਮੈਂ ਕਿਹਾ ਕਿ ਤੁਹਾਡੇ ਗਲੇ ਵਿੱਚ ਤਾਂ ਕ੍ਰੋਸ ਹੈ, ਤੁਸੀਂ ਤਾਂ ਈਸਾਈ ਹੋ ਤੇ ਮੈਨੂੰ ਵੀ ਈਸਾਈ ਬਣਾਉਣ ਲਈ ਆਏ ਹੋ। ਜਿਵੇਂ ਕਿ ਅੱਜ ਕੱਲ੍ਹ ਵੀ ਬਹੁਤ ਸਾਰੇ ਲੋਕ ਏਦਾਂ ਸੋਚ ਲੈਂਦੇ ਨੇ ਕਿ ਇਹ ਤਾਂ ਈਸਾਈਆਂ ਦਾ ਸਤਸੰਗ ਹੈ, ਤਾਂ ਈਸਾਈ ਨੇ ਤੇ ਈਸਾਈ ਬਣਾਉਂਦੇ ਨੇ, ਧਰਮ ਬਦਲਦੇ ਨੇ। ਸੋ ਉਹਨਾਂ ਲੋਕਾਂ ਦਾ ਅੱਜ ਕਸੂਰ ਨਹੀਂ ਅਸੀਂ ਕਹਿੰਦੇ, ਕਿਉਂਕਿ ਮੈਂ ਵੀ ਕਦੀ ਏਦਾਂ ਦਾ ਸੀ। ਸੋ ਮੈਂ ਉਹਨਾਂ ਤੇ ਥੋੜਾ ਗੁੱਸਾ ਹੋ ਗਿਆ, ਪਰ ਪਰਮੇਸ਼ਰ ਦੀ ਸੇਵਾ ਫਿਰ ਵੀ ਸ਼ਾਂਤ ਰਹੇ। ਕੁਝ ਦੇਰ ਦੇ ਬਾਅਦ ਮੇਰੇ ਟੇਬਲ ਤੇ ਇੱਕ ਬਾਈਬਲ ਰੱਖ ਕੇ ਚਲੇ ਗਏ। ਕਹਿਣ ਲੱਗੇ ਕਿ ਪ੍ਰਿੰਸੀਪਲ ਸਾਹਿਬ ਕਰੇ ਦਿਲ ਕਰੇ ਤੇ ਇਸ ਨੂੰ ਪੜ੍ਹ ਲੈਣਾ। ਸੋ ਜਦੋਂ ਪ੍ਰਭੂ ਦੇ ਸੇਵਕ ਚਲੇ ਗਏ ਤੇ ਮੈਂ ਬਾਈਬਲ ਨੂੰ ਕਦੇ ਕਿਤਾਬ ਦੀ ਤਰ੍ਹਾਂ ਅਖਬਾਰ ਦੀ ਤਰ੍ਹਾਂ ਖੋਲਦਾ ਸੀ ਤੇ ਮੈਂ ਬੰਦ ਕਰ ਦਿੰਦਾ ਸੀ। ਇੱਕ ਦਿਨ ਕੀ ਹੋਇਆ, ਇਤਵਾਰ ਦਾ ਦਿਨ ਸੀ, ਜਦੋਂ ਮੈਂ ਇਸ ਵਚਨ ਨੂੰ ਖੋਲਿਆ ਤੇ ਮੇਰੇ ਅੱਗੇ ਯਹੂਨਾ 14 ਅਧਿਆਇ ਦੀ 27 ਆਇਤ ਅੱਗੇ ਆਈ, ਜਿਹਦੇ ਵਿੱਚ ਪ੍ਰਭੂ ਯਿਸੂ ਨੇ ਕਿਹਾ ਕਿ ਮੈਂ ਤੈਨੂੰ ਉਹ ਸ਼ਾਂਤੀ ਦੇਣਾ ਵਾ ਜਿਹੜੀ ਦੁਨੀਆ ਤੈਨੂੰ ਨਹੀਂ ਦੇ ਸਕਦੀ। ਜਦੋਂ ਮੈਂ ਉਸ ਵਚਨ ਨੂੰ ਪੜ੍ਹਿਆ ਤੇ ਮੇਰੇ ਅੰਦਰ ਬੜੀ ਸ਼ਾਂਤੀ ਜੀ ਆ ਗਈ। ਮੈਂ ਸੋਚਿਆ ਸ਼ਾਇਦ ਕੋਈ ਇਹ ਜਾਦੂ ਦੀ ਕਿਤਾਬ ਹੈ। ਮੈਂ ਥੋੜਾ ਜਿਹਾ ਹੋਰ ਪੜ੍ਹਿਆ ਤੇ ਥੋੜੀ ਹੋਰ ਸ਼ਾਂਤੀ ਆ ਗਈ। ਥੋੜਾ ਹੋਰ ਪੜ੍ਹਿਆ ਤੇ ਹੋਰ ਸ਼ਾਂਤੀ ਆ ਗਈ। ਮੈਂ ਸੋਚਿਆ ਕਿ ਅੱਜ ਤਾਂ ਇਤਵਾਰ ਦਾ ਦਿਨ ਹੈ ਤੇ ਪ੍ਰਭੂ ਦੇ ਸੇਵਕ ਕਹਿ ਕੇ ਗਏ ਸੀ ਕਿ ਸੰਡੇ ਨੂੰ ਚਰਚ ਲੱਗਦਾ ਹੈ, ਕਿਉਂ ਨਾ ਮੈਂ ਉੱਥੇ ਜਾ ਕੇ ਦੇਖ ਲਵਾਂ ਕਿ ਇਹ ਕੀ ਕਰਦੇ ਨੇ ਲੋਕ। ਸੋ ਮੈਂ ਚੈੱਕ ਕਰਨ ਦੇ ਲਈ ਉੱਥੇ ਚਲਾ ਗਿਆ। ਸੋ ਪਿੱਛੇ ਬੈਠਿਆ ਬੰਦਗੀ ਖਤਮ ਹੋ ਗਈ। ਸੋ 2 ਰੁਪਏ ਫਟੇ ਹੋਏ ਮੈਂ ਉਸ ਸਮੇਂ ਚੰਦੇ ਚ ਪਾਏ, ਘਰ ਆ ਗਿਆ। ਅਗਲੇ ਦਿਨ ਤੋਂ ਕੀ ਹੋਇਆ, ਬਹੁਤ ਸਾਰੇ ਲੋਕ ਮੇਰੇ ਵਿਰੋਧ ਵਿੱਚ ਖੜੇ ਹੋ ਗਏ। ਅਖਬਾਰ ਵਿੱਚ ਖਬਰਾਂ ਆ ਗਈਆਂ ਕਿ ਫਲਾਣੇ ਸਕੂਲ ਦਾ ਪ੍ਰਿੰਸੀਪਲ ਈਸਾਈ ਬਣ ਗਿਆ ਤੇ ਤੁਹਾਡੇ ਬੱਚਿਆਂ ਨੂੰ ਵੀ ਈਸਾਈ ਬਣਾ ਦੇਵੇਗਾ। ਮੈਂ ਥੋੜਾ ਜਿਹਾ ਘਬਰਾ ਜਾ ਗਿਆ। ਮੈਂ ਸੋਚਿਆ ਤਾਂ ਕੰਮ ਖਰਾਬ ਹੋ ਗਿਆ। ਮੇਰੇ ਅੰਦਰ ਪਵਿੱਤਰ ਆਤਮਾ ਦਾ ਅਭਿਸ਼ੇਕ ਤਾਂ ਸੀ ਨਹੀਂ। ਮੈਂ ਡਰ ਗਿਆ। ਮੈਂ ਛੱਡ ਦਿੱਤਾ ਸਾਰਾ ਕੁਝ। ਮੈਂ ਕਿਹਾ ਕਿ ਕੋਈ ਭਗਤੀ ਨਹੀਂ ਕਰੂੰਗਾ ਅੱਜ ਤੋਂ ਬਾਅਦ। ਮੈਂ ਕਹਿਣ ਲੱਗੇ ਕਿ ਸੰਸਾਰ ਵਿੱਚ ਕੋਈ ਵੀ ਖੁਦਾਵੰਦ ਨਹੀਂ ਹੈ। ਮੈਂ ਨਾਸਤਿਕ ਜਿਹਾ ਬਣ ਗਿਆ। ਕੁਝ ਦਿਨ ਹੀ ਬੀਤੇ ਸੀ। ਇੱਕ ਦਿਨ ਪ੍ਰਭੂ ਯਿਸੂ ਮਸੀਹ ਨੇ ਮੇਰੇ ਕਮਰੇ 'ਚ ਮੈਨੂੰ ਦਰਸ਼ਨ ਦਿੱਤੇ। ਮੈਂ ਇਕੱਲਾ ਸੁੱਤਾ ਪਿਆ ਸੀ ਤੇ ਮੇਰੇ ਕਮਰੇ 'ਚ ਬੜੀ ਰੋਸ਼ਨੀ ਚਮਕ ਰਹੀ। ਪ੍ਰਭੂ ਯਿਸੂ ਮਸੀਹ ਦੀ ਮੈਨੂੰ ਆਵਾਜ਼ ਆਈ, ਮੇਰੇ ਬੇਟੇ ਮੈਂ ਤੈਨੂੰ ਚੁਣਿਆ ਹੈ, ਮੈਂ ਤੈਨੂੰ ਬਹੁਤਾਈ
ਨਾਲ ਕਰਾਂਗਾ ਤੇ ਤੂੰ ਕਹਿੰਦੇ ਕਿ ਕੋਈ ਵੀ ਪਰਮੇਸ਼ਰ ਨਹੀਂ। ਮੈਂ ਕਿਹਾ ਪ੍ਰਭੂ ਜੀ ਜਦ ਤੋਂ ਤੁਹਾਡੇ ਘਰ ਵਿੱਚ ਗਿਆ ਕਿੰਨੇ ਲੋਕ ਦੇਖੋ ਮੇਰੇ ਵਿਰੋਧ ਵਿੱਚ ਖੜੇ ਹੋ ਗਏ, ਕਿੰਨੇ ਲੋਕ ਮੇਰੀ ਖਿਲਾਫਤ ਕਰਨ ਲੱਗ ਪਏ। ਪ੍ਰਭੂ ਨੇ ਕਿਹਾ ਕਿ ਚਿੰਤਾ ਨਾ ਕਰ, ਆਪਣਾ ਬੋਝ ਮੇਰੇ ਉੱਤੇ ਪਾ ਦੇ, ਜਿਵੇਂ ਵਚਨ ਵਿੱਚ ਲਿਖਿਆ ਹੈ ਜਦ ਤੂੰ ਪੂਰਾ ਬੋਝ ਮੇਰੇ ਉੱਤੇ ਸੜ ਦੇਵੇਗਾ ਤੇ ਮੈਂ ਸਭ ਕੁਝ ਠੀਕ ਕਰ ਦੂੰਗਾ। ਮੈਂ ਕਿਹਾ ਕਿ ਪ੍ਰਭੂ ਜੀ ਪੂਰਾ ਬੋਝ ਪਾ ਦੇਵਾਂਗਾ, ਮੇਰੇ ਦਿਲ ਨੂੰ ਮਜ਼ਬੂਤ ਤਾਂ ਬਣਾਓ। ਪ੍ਰਭੂ ਨੇ ਕਿਹਾ ਕਿ ਦੇਖ ਤੈਨੂੰ ਕੱਲ ਤੋਂ ਮੈਂ ਆਪਣੇ ਆਤਮਾ ਦੇ ਅਭਿਸ਼ੇਕ ਨਾਲ ਭਰ ਦੂੰਗਾ। ਤੇਰੀ ਮੇਰੇ ਅਗਲੇ ਦਿਨ ਤੋਂ ਮੇਰੇ ਅੰਦਰ ਏਦਾਂ ਦੀ ਸ਼ਾਂਤੀ, ਏਦਾਂ ਦੀ ਤਾਕਤ ਆ ਗਈ। ਉਹ ਲੋਕ ਫਿਰ ਵੀ ਮੈਨੂੰ ਮਿਲਦੇ ਕਿ ਤਾਂ ਪੜ੍ਹੇ ਲਿਖੇ ਪਾਗਲ ਹੋ ਗਿਆ। ਮੈਂ ਕਿਹਾ ਕਿ ਮੈਂ ਪਾਗਲ ਹੀ ਸੀ ਪਰ ਤੁਸੀਂ ਮੇਰੇ ਪਿੱਛਾ ਛੱਡੋ। ਕੋਈ ਮੈਨੂੰ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਾਓ। ਥੋੜੇ ਦੇਰ ਦੇ ਬਾਅਦ ਉਹ ਥੋੜੇ ਪਿੱਛੇ ਹਟ ਗਏ। ਜਾਂ ਤਾਂ ਲੋਕ ਤੁਹਾਨੂੰ ਪਿੱਛੇ ਕਰ ਦੇਣਗੇ ਜਾਂ ਉਹ ਖੁਦ ਪਿੱਛੇ ਹਟ ਜਾਣਗੇ। ਹਾਲੇਲੂਇਆ, ਹਾਲੇਲੂਇਆ। ਫਿਰ ਕੁਝ ਦਿਨ ਬੀਤੇ ਸੀ, ਪ੍ਰਭੂ ਨੇ ਫਿਰ ਮੈਨੂੰ ਦਰਸ਼ਨ ਦਿੱਤਾ। ਇਹ ਮੈਂ ਤੁਹਾਨੂੰ ਅੱਜ ਤੋਂ 28-29 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ ਹਾਂ। ਪ੍ਰਭੂ ਨੇ ਕਿਹਾ ਕਿ ਬੇਟਾ ਮੇਰਾ ਕੰਮ ਕਰ। ਮੈਂ ਕਿਹਾ ਕਿ ਪ੍ਰਭੂ ਜੀ ਤੁਹਾਡੇ ਕਿੰਨੇ ਸੇਵਕ ਤਾਂ ਭੁੱਖੇ ਰਹਿੰਦੇ ਨੇ। ਪ੍ਰਭੂ ਨੇ ਕਿਹਾ ਕਿ ਮੈਨੂੰ ਨਹੀਂ, ਜਿਹਨੂੰ ਮੈਂ ਚੁਣਦਾ ਵਾਂ ਉਸ ਨੂੰ ਮੈਂ ਭੁੱਖਾ ਨਹੀਂ ਰਹਿਣ ਦਿੰਦਾ। ਮੈਂ ਕਿਹਾ ਕਿ ਪ੍ਰਭੂ ਜੀ ਮੈਂ ਤਾਂ ਕਿੰਨੇ ਚੰਗੇ ਸਕੂਲ ਦਾ ਪ੍ਰਿੰਸੀਪਲ ਹਾਂ, 25,000 ਰੁਪਏ ਮੇਰੀ ਮੰਥਲੀ ਇਨਕਮ ਹੈ ਤੇ ਮੈਂ ਕਿੰਨਾ ਪੜ੍ਹਿਆ ਲਿਖਿਆ ਵਾਂ। ਮੈਂ ਝੋਲਾ ਡੰਗ ਕੇ ਚਲਿਆ ਕਰਾਂਗਾ। ਪ੍ਰਭੂ ਨੇ ਕਿਹਾ ਕਿ ਤੂੰ ਮੇਰੇ ਕੰਮ ਲਈ ਨਿਕਲ ਆ। ਸੋ ਫਿਰ ਪ੍ਰਭੂ ਨੇ ਮੈਨੂੰ ਲੁਧਿਆਣੇ ਦੇ ਬਹੁਤ ਹੀ ਚੰਗੇ ਸੇਵਕ ਪਾਸਟਰ ਐਰਿਕ ਮਸੀਹ ਦਾ ਦਰਸ਼ਨ ਦਿੱਤਾ। ਸੋ ਮੈਂ 1994 ਦੇ ਵਿੱਚ ਉਹਨਾਂ ਦੇ ਕੋਲ ਆ ਗਿਆ। 2 ਸਾਲ ਤੱਕ ਮੈਂ ਉਹਨਾਂ ਕੋਲ ਰਿਹਾ। ਉਹਨਾਂ ਦੇ ਕੋਲ ਰਹਿ ਕੇ ਕਾਫੀ ਕੁਝ ਮੈਂ ਸਿੱਖਿਆ। ਫਿਰ ਉਹਨਾਂ ਦੇ ਆਸ਼ੀਰਵਾਦ ਦੇ ਨਾਲ 1997 ਵਿੱਚ ਪਰਮੇਸ਼ਰ ਨੇ ਮੈਨੂੰ ਅਲੱਗ ਤੋਂ ਸੇਵਕਾਈ ਦਿੱਤੀ। ਤਦ ਤੋਂ ਲੈ ਕੇ ਪਰਮੇਸ਼ਰ ਅੱਜ ਤੱਕ ਦੇਸ਼ ਵਿੱਚ ਵਿਦੇਸ਼ ਵਿੱਚ ਆਪਣੇ ਕੰਮ ਲਈ ਲੈ ਕੇ ਜਾਂਦਾ ਹੈ। ਸੋ ਜਦੋਂ ਸੰਡੇ ਨੂੰ ਮੈਂ ਪਹਿਲਾ ਚਰਚ ਲਗਾਇਆ ਤਾਂ 3 ਲੋਕ ਉਸ ਦੇ ਵਿੱਚ ਸੀ। ਪਹਿਲਾਂ ਮੇਰੇ ਕੋਲ ਛੋਟਾ ਜਿਹਾ ਕਮਰਾ ਕਿਰਾਏ ਤੇ ਹੋਇਆ ਕਰਦਾ ਸੀ। ਉਸ ਕਮਰੇ ਦਾ ਕਿਰਾਇਆ ਉਦੋਂ 450 ਰੁਪਏ ਹੋਇਆ ਕਰਦਾ ਸੀ। ਅੱਜ ਉਹ ਕਲੀਸਿਆ ਵੱਧ ਕੇ 1000 ਦੀ ਹੋ ਗਈ। ਛੋਟਾ ਜਿਹਾ ਕਮਰਾ ਕਿਰਾਏ ਤੇ ਹੋਇਆ ਕਰਦਾ ਸੀ। ਅੱਜ ਪ੍ਰਭੂ ਨੇ 4 ਮੰਜ਼ਿਲਾ ਪ੍ਰੇ ਟਾਵਰ ਦਿੱਤਾ। ਮੇਰਾ ਬਾਕੀ ਪਰਿਵਾਰ ਹਰਿਆਣਾ ਸਟੇਟ ਵਿੱਚ ਰਹਿੰਦਾ ਹੈ। ਬੜੇ ਤਕੜੇ ਬਿਜ਼ਨਸ ਕਰਦੇ ਆ। ਅਸੀਂ ਘਰ ਵਿੱਚ 4 ਭਰਾਵਾਂ। ਜਦੋਂ ਮੈਂ 28 ਸਾਲ ਪਹਿਲਾਂ ਲੁਧਿਆਣੇ ਵਿੱਚ ਆਣਾ ਸੀ, ਮੇਰੇ ਪਾਪਾ ਜੀ ਨੇ ਕਿਹਾ ਕਿ ਜੇਕਰ ਤੂੰ ਇਹ ਕੰਮ ਕਰੇਗਾ ਤੇ ਤੇਰਾ ਜਿਹੜਾ ਪ੍ਰਾਪਰਟੀ ਦਾ ਹਿੱਸਾ ਬਣਦਾ ਹੈ ਨਾ 25-50 ਲੱਖ ਰੁਪਏ ਤੈਨੂੰ ਕੁਝ ਨਹੀਂ ਮਿਲੇਗਾ। ਮੈਂ ਕਿਹਾ ਕਿ ਪਾਪਾ ਜੀ ਮੈਂ ਲਿਖ ਕੇ ਦੇਣਾ ਵਾ, ਮੈਂ ਕਦੇ ਵੀ ਤੁਹਾਡੇ ਤੋਂ ਹਿੱਸਾ ਨਹੀਂ ਮੰਗਾਂਗਾ। ਆਮੀਨ, ਹਾਲੇਲੂਇਆ। ਮੈਨੂੰ ਪ੍ਰਭੂ ਦੀ ਸੇਵਾ ਕਰਦੇ 27-28 ਸਾਲ ਹੋ ਗਏ। ਸੋ ਮੈਨੂੰ ਪ੍ਰਭੂ ਯਿਸੂ ਮਸੀਹ ਨੇ, ਪਰਮੇਸ਼ਰ ਨੇ ਇਹਨਾਂ ਸਾਰੇ ਸਾਲਾਂ ਵਿੱਚ ਕਦੇ ਨਹੀਂ ਕਿਹਾ ਕਿ ਬੇਟਾ ਤੇਰਾ ਧਰਮ ਬਦਲ ਗਿਆ। ਮੈਂ ਇਸ ਬਾਈਬਲ ਨੂੰ, ਪ੍ਰਭੂ ਦੇ ਵਚਨਾਂ ਨੂੰ ਪਤਾ ਨਹੀਂ ਕਿੰਨੀ ਵਾਰ ਪੜ੍ਹਿਆ। ਇਸ ਦੇ ਵਿੱਚ ਮੈਨੂੰ ਈਸਾਈ ਸ਼ਬਦ ਵੀ ਨਹੀਂ ਦਿਖਿਆ। ਨਾ ਹੀ ਪ੍ਰਭੂ ਯਿਸੂ ਮਸੀਹ ਨੇ ਕਿਤੇ ਕਿਹਾ ਕਿ ਜਿਹੜਾ ਮੇਰੀ ਭਗਤੀ ਕਰੇਗਾ ਉਹਦਾ ਧਰਮ ਬਦਲ ਜਾਏਗਾ। ਸੱਚ ਪੁੱਛੋ ਤਾਂ ਧਰਮ ਜਾਤੀਆਂ ਉਸ ਖੁਦਾਵੰਦ ਦੇ ਲਈ ਬਹੁਤ ਛੋਟੀ ਜਿਹੀ ਚੀਜ਼ ਹੈ। ਇਹ ਧਰਮ ਜਾਤੀਆਂ ਇਨਸਾਨ ਹੀ ਬਣਾਉਂਦਾ ਹੈ। ਹਿੰਦੂ ਪਰਿਵਾਰ ਦੇ ਵਿੱਚ ਬੱਚਾ ਪੈਦਾ ਹੁੰਦਾ, ਉਸ ਬੱਚੇ ਦਾ ਧਰਮ ਜਿਹੜਾ ਹਿੰਦੂ ਆਪਣੇ ਆਪ ਹੀ ਬਣ ਜਾਂਦਾ ਹੈ। ਸਿੱਖ ਪਰਿਵਾਰ ਵਿੱਚ ਬੱਚਾ ਪੈਦਾ ਹੋਇਆ, ਉਸ ਬੱਚੇ ਦਾ ਧਰਮ ਸਿੱਖ ਆਟੋਮੈਟਿਕਲੀ ਬਣ ਜਾਂਦਾ ਹੈ। ਤੇ ਜੇ ਕੋਈ ਮਸੀਹ ਪਰਿਵਾਰ ਵਿੱਚ ਬੱਚਾ ਪੈਦਾ ਹੁੰਦਾ, ਆਟੋਮੈਟਿਕਲੀ ਉਹ ਮਸੀਹ ਬੱਚਾ ਕਹਿਲਾਉਂਦਾ ਹੈ। ਮੈਨੂੰ ਪ੍ਰਭੂ ਨੇ ਕਦੇ ਵੀ ਨਹੀਂ ਕਿਹਾ ਕਿ ਬੇਟਾ ਤੇਰਾ ਨਾਮ ਬਦਲ ਗਿਆ।
बहुत सारे लोग मसीह विच आके अपने नामां नूं चेंज कर लेंदे ने। अभी तक मुझे प्रभु जी कभी लिखा गुप्ता पीछे से हटा दे। हुण तक मैनूं प्रभु ने कदे भी नहीं कहा कि तू अपने नाम दे पिछों गुप्ता हटा लै। जब भी मैं जाऊं तो जो गुप्ता तो लगे कम से कम कि मैं गुप्ता परिवार से सो मैं क्या कि मैं जिथे भी जावां कम से कम लोकां नूं मेरे नाम तो पता तो चले कि गुप्ता परिवार दे लोग भी प्रभु दी सेवा करदे ने। ऑफिसर से मुलाकात सो एक दिन साडे वड्डे ऑफिसर दे नाल गलबात होई। पास भी और गुप्ता भी उन्होंने कहा कि नाम दे अगे तुहाडे पास्टर भी, नाम दे पिछे गुप्ता भी। ये कैसे आ किद्दां हो सकदा है? जी जानता तो मुझे आधा घंटा दीजिए मैं आपको सारे बात बताऊं। सो मैं क्या कि जे तुहानू पूरा जानना है तो मैनूं आधा घंटा दिओ, मैं तुहानू सारा कुछ दस सकदा वां। हालेलुया। हालेलुया। कभी लिखा तेरे कपड़े बदल गए। प्रभु ने मैनूं कदे नहीं कहा कि बेटा तेरे कपड़े बदल गए। चॉइस से वाइट कपड़े पहनो, ब्लैक कपड़े पहनो, ब्लैक कपड़े पहनो, चॉइस है। तुसी अपनी मर्जी दे नाल चिट्टे कपड़े पाओ, काले कपड़े पाओ, लाल पाओ, नीले पाओ, तुहाडी अपनी इच्छा है। चीज बदला है। प्रभु ने एक चीज बदलिया है सारी दुनिया का बदल जो ਅਸੀਂ ਸਾਰੀ ਦੁਨੀਆ ਦਾ ਬਦਲਣਾ ਚਾਹੁੰਦੇ ਆ सारी दुनिया के लोगों को पता होना ਤੇ चाहिए ਸਾਰੀ ਦੁਨੀਆ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ तो एक चीज बदलता ਕਿ है। ਪ੍ਰਭੂ ਇੱਕੋ ਹੀ ਚੀਜ਼ ਬਦਲਦਾ ਹੈ। क्या बदलता है? ਕੀ ਬਦਲਦਾ ਹੈ? दिल दिल बदलता है। ਦਿਲ आमीन ਬਦਲਦਾ ਹੈ, हालेलुया ਜੀਵਨ ਬਦਲਦਾ ਹੈ। हालेलुया। ਹਾਲੇਲੂਇਆ। कुछ बदला है। ਪ੍ਰਭੂ ਨੇ ਸਾਡਾ ਉਹੀਓ ਬਦਲਿਆ ਹੈ विचार द्वारा लोगों का ਤੇ ਉਹੀਓ ਅਸੀਂ ਪ੍ਰਭੂ ਦੇ ਵਚਨਾਂ ਦੁਆਰਾ ਦੂਸਰਿਆਂ ਦਾ ਬਦਲਦੇ ਹਾਂ। हालेलुया। ਹਾਲੇਲੂਇਆ। सो उस प्रभु ने आज आपको काम के लिए आपके बीच में आने का मौका ਸੋ दिया। ਉਸ ਪਰਮੇਸ਼ਰ ਨੇ ਅੱਜ ਆਪਣੇ ਕੰਮ ਦੇ ਲਈ ਤੁਹਾਡੇ ਵਿੱਚ ਪਹਿਲੀ ਵਾਰ ਆਉਣ ਦਾ ਮੌਕਾ ਦਿੱਤਾ। अभी बहुत खुशी हो रही है। ਸੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ।